आप मुकत मोहे तारे। नारायण नरपत नमस्कारे। नारायण नरपत नमस्कार। तिस गुण को सब नमस्कार करूं, जिन हर की हर गाल गलोई। तिस गुण को नमस्कार करूं। नमस्कार दंडोत वंदना, अनित बार जाऊं बार, अनित बार जाऊं बार। आखो तन 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 बरसोई, सब आखो तन 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 बरसोई। आखो तन 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 बरसोई, सब आखो तन 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 बरसोई। आखो तन तन बरसोई, सब आखो तन 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 बरसोई। आखो तन 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 बरसोई, सब आखो तन 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 बरसोई। आखो तन 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 बरसोई, सब आखो तन 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 बरसोई। गुरमुख नानक आराधया, गुरमुख नानक आराधया। आखो तन 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 बरसोई, सब आखो तन 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 बरसोई। आखो तन 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 बरसोई, सब आखो तन 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 बरसोई। तू करण करण समरथ है करते, मैं तुझ बिन अवर न कोई। तू करण कारण समरथ है करते, मैं तुझ बिन अवर न कोई। तुझ आपे श्रेष्ठ सिद्धिया, आपे गुण गोई। तुझ आपे श्रेष्ठ सिद्धिया, आपे गुण गोई। गुरमुख नानक आराधया, गुरमुख
एको शब्द वरता जो करे सो होई। सब एको शब्द वरता जो करे सो होई। सब एको शब्द वरता जो करे सो होई। वड्याई गुरमुख ते प्रभ धर्म पावै सोई। वड्याई गुरमुख ते प्रभ धर्म पावै सोई। गुरमुख नानक आराधिया। गुरमुख नानक आराधिया। आपको धन 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 गुर सोई। सब आपको धन 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 गुर सोई। आपको धन 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 गुर सोई। सब आपको धन 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 गुर सोई। गुरमुख नानक आराधिया। गुरमुख नानक आराधिया। आपको धन 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 गुर सोई। सब आपको धन 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 गुर सोई। सब आपको धन 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 गुर सोई। सब आपको धन 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 गुर सोई। गुरु हरगोबिंद पातशाह जिन्हां दा आपां परसों प्रकाश पुरब सतगुरु जी आप कृपा करके हथ रख के मनवारे सन आपां मनाउणा कीता। अज उसे लड़ी नूं अगे वधाउंदे हां। अज का विशेष गुरमत समागम ऐतवार वाले दिन का उलीकिया। सो समय विच रहिंदे होए समाप्ति करनी है। समय विच रहिंदे होए आपां कीर्तन करना है, जस गाना है। सो बहुत लंबी विचार का समा नहीं। सतगुरु जी जदों ग्वालियर के किले विच जो कि सतगुरु जी नूं जहांगीर ने धोखे नाल कैद कर दिता सी, ते जदों साईं मियां मीर जदों 2 साल हो गए सतगुरु नूं उस जेल विच रहिंदिआं, लगभग 2 साल इतिहास कहंदा है सतगुरु जी ग्वालियर के जेल विच रहे। पर वो एक विशेष कैदी की तरह रहे, जिवें शाही कैदी की तरह कह सकते आपां। उस समय का 100 रुपया रोज का सतगुरु के खर्चे वास्ते दिता जाता सी। पर यह धन गुरु हरगोबिंद पातशाह जी की वडियाई है
कि उस 100 रुपये ਨੂੰ ਕੱਲੇ ਨਾ ਖਰਚ ਕਰਕੇ ਜਿਹੜੇ 52 ਰਾਜੇ ਨਾਲ ਕੈਦ ਸਨ ਉਹਨਾਂ ਨੂੰ ਵੀ ਉਹੀ ਸ਼ਾਹੀ ਭੋਜਨ ਤੇ ਸ਼ਾਹੀ ਰਸੂਖ ਨਾਲ ਸਤਿਗੁਰੂ ਕਹਿੰਦੇ ਇਹ ਸਾਰਾ ਭੋਜਨ ਸਾਰਾ ਸ਼ਾਹੀ ਭੋਜਨ ਉਹਨਾਂ ਵਾਸਤੇ ਵੀ ਬਣਾਇਆ ਜਾਏ। ਸੋ ਉਹਨਾਂ ਰਾਜਿਆਂ ਵਾਸਤੇ ਵੀ ਉਹੀ ਭੋਜਨ ਬਣਾਇਆ ਜਾਂਦਾ ਸੀ। ਉਧਰ ਚੰਦੂ ਜਿਹੜਾ ਕਿ ਗੁਰੂ ਅਰਜਨ ਪਾਤਸ਼ਾਹ ਜੀ ਦੇ ਸ਼ਹੀਦੀ ਦਾ ਦੁਖੀ ਸੀ, ਜਹਾਂਗੀਰ ਦੇ ਕੰਨ ਭਰ ਭਰ ਕੇ ਜਿਸਨੇ ਗੁਰੂ ਸਾਹਿਬ ਦੀ ਸ਼ਹੀਦੀ ਕਰਵਾਈ, ਹੁਣ ਉਹ ਗਵਾਲੀਅਰ ਪਹੁੰਚ ਗਿਆ ਤੇ ਉਸਨੇ ਜੋਤ ਬਣਾਈ ਕਿ ਸਤਿਗੁਰੂ ਜੀ ਨੂੰ ਵੀ ਜਾ ਕੇ ਕਿ ਇਹਨਾਂ ਨੂੰ ਵੀ ਮੌਤ ਦੀ ਨੀਂਦ ਸੁਲਾ ਦਿੱਤਾ ਜਾਏ। ਤੇ ਜੋ ਰਸੋਈਆ ਸੀ ਗਵਾਲੀਅਰ ਦੇ ਕਿਲੇ ਦੇ ਅੰਦਰ ਜੋ ਕੈਦੀਆਂ ਦਾ ਭੋਜਨ ਬਣਾਉਂਦਾ ਸੀ, ਪਰ ਇੱਕ ਸ਼ਾਹੀ ਰਸੋਈਆ ਸੀ ਜੋ ਕਿ ਸਤਿਗੁਰੂ ਜੀ ਵਾਸਤੇ ਤੈਨਾਤ ਕੀਤਾ ਗਿਆ ਸੀ। ਉਹ ਬਹੁਤ ਗੁਰੂ ਸਾਹਿਬ ਤੇ ਸ਼ਰਧਾ ਰੱਖਦਾ ਸੀ ਤੇ ਸ਼ਰਧਾ ਭਾਵਨਾ ਕਰ ਗੁਰੂ ਨਾਨਕ ਦੇ ਘਰ ਤੇ ਸ਼ਰਧਾ ਰੱਖ ਕੇ ਉਹ ਗੁਰੂ ਨਾਨਕ ਸਮਝ ਕੇ ਸਤਿਗੁਰਾਂ ਨੂੰ ਭੋਜਨ ਛਕਾਇਆ ਕਰਦਾ ਸੀ, ਬਹੁਤ ਸ਼ਰਧਾਵਾਨ ਸੀ। ਸੋ ਚੰਦੂ ਨੇ ਇਹ ਵਿਉਂਤ ਬਣਾਈ ਕਿ ਉਸ ਨੂੰ ਬਹੁਤ ਹੀ ਧਨ ਦੇਣ ਦਾ ਲਾਲਚ ਦੇ ਕਰਕੇ ਕਿ ਤੂੰ ਸਤਿਗੁਰੂ ਦੇ ਭੋਜਨ ਦੇ ਅੰਦਰ ਥੋੜੀ ਥੋੜੀ ਜ਼ਹਿਰ ਮਿਲਾ ਦਿਆ ਕਰ, ਰੋਜ਼ ਹੌਲੇ ਹੌਲੇ ਕਰਕੇ ਉਹਨਾਂ ਦੀ ਮੌਤ ਹੋ ਜਾਏਗੀ ਤੇ ਮੈਂ ਬਾਦਸ਼ਾਹ ਦੇ ਅੱਗੇ ਹੋਰ ਵੀ ਜੱਜ ਜਾਵਾਂਗਾ ਤੇ ਮੈਨੂੰ ਵੱਡਾ ਅਹੁਦਾ ਦੇ ਦੇਗਾ। ਗੱਲ ਕੋਈ ਨਹੀਂ ਸੀ, ਬਸ ਈਰਖਾ। ਜਿਹੜੇ ਈਰਖਾਲੂ ਲੋਕ ਹੁੰਦੇ ਸਾਧ ਸੰਗਤ ਜੀ, ਉਹ ਆਪਣੇ ਆਪ ਨੂੰ ਸਾੜਦੇ ਰਹਿੰਦੇ ਆ, ਕਿਉਂਕਿ ਕਦੇ ਵੀ ਈਰਖਾਲੂ ਵਿਅਕਤੀ ਦੂਸਰੇ ਦਾ ਨੁਕਸਾਨ ਨਹੀਂ ਕਰ ਸਕਦਾ। ਬਸ ਈਰਖਾ ਕਰ ਕਰਕੇ ਉਹਦੇ ਅੰਦਰ ਈਰਖਾ ਇੰਨੀ ਘਰ ਕਰ ਜਾਂਦੀ ਹੈ ਕਿ ਉਹ ਈਰਖਾ ਉਹਨੂੰ ਹੀ ਸਾੜਨ ਲੱਗ ਪੈਂਦੀ ਹੈ। ਐਸਾ ਹੀ ਕੁਝ ਉਸ ਚੰਦੂ ਦੇ ਨਾਲ ਵਰਤਿਆ ਸਾਧ ਸੰਗਤ ਜੀ। ਉਸ ਰਸੋਈਏ ਨੇ ਉਹਦੀ ਗੱਲ ਮੰਨਣ ਤੋਂ ਨਾ ਕਰ ਦਿੱਤਾ ਅਤੇ ਸਤਿਗੁਰੂ ਜੀ ਨੂੰ ਜਾ ਕਰਕੇ ਸਾਰੀ ਗੱਲਬਾਤ ਦੱਸ ਦਿੱਤੀ। ਜਦੋਂ ਸਤਿਗੁਰੂ ਜੀ ਨੂੰ ਪਤਾ ਲੱਗਾ ਤੇ ਫਿਰ ਇੱਕ ਸਮਾਂ ਆਇਆ, ਉਧਰ ਸਾਈਂ ਮੀਆਂ ਮੀਰ ਜਹਾਂਗੀਰ ਦੇ ਦਰਬਾਰ ਵਿੱਚ ਬੈਠੇ ਜਹਾਂਗੀਰ ਨੂੰ ਕਹਿਣ ਲੱਗੇ, ਤੂੰ ਬਹੁਤ ਗਲਤ ਕੰਮ ਕਰ ਰਿਹਾ ਹੈ। ਜੋ ਪੀਰਾਂ ਐਸੇ ਸਤਿਗੁਰੂ ਦੀਨ ਦਿਆਲ ਜੋ ਕਿ ਕਿਸੇ ਨਾਲ ਵੈਰ ਭਾਵ ਨਹੀਂ ਰੱਖਦੇ, ਜਿਨ੍ਹਾਂ ਦੀ ਸਮ ਦ੍ਰਿਸ਼ਟੀ ਹੈ, ਸਾਰੀ ਦੁਨੀਆ ਦੇ ਭਲਾਈ ਲੋਚਦੇ ਨੇ, ਤੂੰ ਉਹਨਾਂ ਨੂੰ ਕੈਦ ਕਰ ਰੱਖਿਆ, ਤੂੰ ਬਹੁਤ ਵੱਡਾ ਦੁਖੀ ਹੈ। ਪਰ ਉਹ ਨਹੀਂ ਮੰਨਿਆ ਕਰਦਾ ਸੀ। ਪਰ ਇੱਕ ਦਿਨ ਦੀ ਗੱਲ ਹੈ, ਉਸ ਜਹਾਂਗੀਰ ਨੂੰ ਰਾਤ ਨੂੰ ਸੁੱਤਾ ਪਿਆ ਸੀ ਤੇ ਸੁਪਨਾ ਆਇਆ। ਇੱਕ ਵਾਰੀ ਉਸ ਤੋਂ ਪਹਿਲਾਂ ਵੀ ਉਹਨੇ ਵਿਉਂਤ ਬਣਾਈ ਸੀ, ਜਦੋਂ ਗਵਾਲੀਅਰ ਦੇ ਕਿਲੇ ਗਏ ਭੇਜਿਆ ਸਤਿਗੁਰੂ ਜੀ ਨੂੰ। ਉਸ ਤੋਂ ਪਹਿਲਾਂ ਵੀ ਉਹਨੇ ਇੱਕ ਵਿਉਂਤ ਬਣਾਈ ਸੀ। ਇੱਕ ਬਹੁਤ ਹੀ ਆਦਮਖੋਰ ਸ਼ੇਰ ਸੀ ਤੇ ਸਤਿਗੁਰੂ ਜੀ ਸ਼ਿਕਾਰ ਖੇਡਣ ਜਾਇਆ ਕਰਦੇ ਸਨ ਤੇ ਉਹਨੇ ਆਖਿਆ ਇੱਕ ਦਿਨ ਕਿ ਮੇਰੇ ਨਾਲ ਚੱਲੋ। ਉਦੋਂ ਦਿੱਲੀ ਸਤਿਗੁਰੂ ਸਨ। ਸੋ ਉਹ ਜਦੋਂ ਸ਼ਿਕਾਰ ਖੇਡਣ ਜਾਣਾ ਸੀ ਤਾਂ ਉਹਦੇ ਮਨ 'ਚ ਖਿਆਲ ਸੀ ਕਿ ਇਹ ਸ਼ੇਰ ਬਹੁਤ ਆਦਮਖੋਰ ਹੈ, ਬਹੁਤ ਨੁਕਸਾਨ ਕਰਦਾ ਹੈ, ਲੋਕਾਂ ਨੂੰ ਵੱਢ ਵੱਢ ਕੇ ਖਾ ਜਾਂਦਾ ਹੈ ਤੇ ਸ਼ਿਕਾਰ ਦੇ ਬਹਾਨੇ ਇਹਨਾਂ ਨੂੰ ਜੰਗਲ 'ਚ ਲੈ ਜਾਂਦੇ। ਜੇ ਸ਼ੇਰ ਇਹਨਾਂ ਨੂੰ ਮਾਰ ਦੂਗਾ ਤਾਂ ਮੇਰਾ ਖਹਿੜਾ ਛੁੱਟ ਜਾਏਗਾ ਤੇ ਮੇਰੀ ਜਿੱਤ ਹੋ ਜਾਏਗੀ, ਗੁਰੂ ਸਾਹਿਬ ਨੂੰ ਸ਼ੇਰ ਖਾ ਜਾਏਗਾ। ਤੇ ਉਹ ਵੀ ਈਰਖਾ ਦੇ ਵਸ ਹੋ ਕੇ, ਹੋਰ ਕੋਈ ਵੀ ਗੱਲ ਨਹੀਂ। ਤੇ ਜੇ ਸਤਿਗੁਰੂ ਨੇ ਸ਼ੇਰ ਨੂੰ ਮਾਰ ਦਿੱਤਾ ਤਾਂ ਮੇਰਾ ਸ਼ੇਰ ਤੋਂ ਪਿੱਛਾ ਛੁੱਟ ਜਾਏਗਾ ਤੇ ਮੇਰੀ ਪ੍ਰਜਾ ਸੁਖੀ ਹੋਏਗੀ। ਦੋਵੇਂ ਪਾਸੇ ਉਹਨੇ ਸੋਚ ਕੇ ਤੇ ਜੰਗਲ ਨੂੰ ਤੁਰਿਆ ਤਾਂ ਉਹਨੇ ਅਚਾਨਕ ਕੀ ਹੋਇਆ, ਸ਼ੇਰ ਨੇ ਜਹਾਂਗੀਰ ਤੇ ਹੀ ਹਮਲਾ ਕਰ ਦਿੱਤਾ। ਸਤਿਗੁਰ ਸਤਿਨਾਮ।
ਤੇ ਜਹਾਂਗੀਰ ਤੇ ਹਮਲਾ ਕੀਤਾ ਤਾਂ ਉਹਦੇ ਅਹਿਲਕਾਰ ਜਿਹੜੇ ਉਹਦੇ ਅੰਗ ਰਕਸ਼ਕ ਸੀ ਸਾਰੇ ਭੱਜ ਗਏ। ਸ਼ੇਰ ਨੂੰ ਦੇਖ ਕੇ ਕੌਣ ਟਿਕਦਾ ਹੈ ਸਾਥ? ਸਾਰੇ ਤਨਖਾਹਾਂ ਤੇ ਰੱਖੇ ਹੋਏ ਹੁੰਦੇ ਹਨ, ਕੋਈ ਨਹੀਂ ਟਿਕਿਆ, ਸਾਰੇ ਭੱਜ ਗਏ। ਸਤਿਗੁਰੂ ਨੇ ਦੇਖਿਆ ਸ਼ੇਰ ਨੇ ਜਹਾਂਗੀਰ ਤੇ ਹਮਲਾ ਕੀਤਾ ਹੈ। ਸਤਿਗੁਰੂ ਜੀ ਨੇ ਦੂਰੋਂ ਹੀ ਵਰਸ਼ਾ ਮਾਰਿਆ, ਸ਼ੇਰ ਦੇ ਢਿੱਡ 'ਚ ਵੜ ਗਿਆ। ਜਿਸ ਤਰ੍ਹਾਂ ਹੀ ਉਹਨੇ ਦੇਖਿਆ ਕਿ ਵਰਸ਼ਾ ਕਿਧਰੋਂ ਆਇਆ, ਉਹ ਸ਼ੇਰ ਸਤਿਗੁਰੂ ਦੇ ਵੱਲ ਹੋ ਗਿਆ। ਫਿਰ ਜਿਸ ਤਰ੍ਹਾਂ ਹੀ ਸਤਿਗੁਰੂ ਤੇ ਛਾਲ ਮਾਰ ਕੇ ਸ਼ੇਰ ਨੇ ਹਮਲਾ ਕੀਤਾ, ਸਤਿਗੁਰੂ ਜੀ ਨੇ ਢਾਲ ਅੱਗੇ ਕੀਤੀ ਤੇ ਤਲਵਾਰ ਦੇ ਨਾਲ ਉਹਦਾ ਪੇਟ ਪਾੜ ਕੇ ਰੱਖ ਦਿੱਤਾ। ਸਾਧ ਸੰਗਤ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ। ਸ਼ੇਰ ਦਾ ਢਿੱਡ ਪਾਟ ਗਿਆ, ਸਾਧ ਸੰਗਤ ਖੂਨੋ ਖੂਨ ਹੋ ਕੇ ਡਿੱਗ ਪਿਆ ਤੇ ਉੱਥੇ ਹੀ ਉਹਦੀ ਮੌਤ ਹੋ ਗਈ। ਸੋ ਇਹ ਵਾਕਿਆ ਜਦੋਂ ਗਵਾਲੀਅਰ ਦੇ ਕਿਲੇ ਤੋਂ ਸਤਿਗੁਰੂ ਛੁੱਟਣ ਲੱਗੇ, ਉਸ ਤੋਂ ਪਹਿਲਾਂ ਜਦੋਂ ਛੁੱਟਣ ਤੋਂ ਪਹਿਲਾਂ ਕਿਵੇਂ ਛੁੱਟੇ? ਜਹਾਂਗੀਰ ਨੂੰ ਰਾਤ ਨੂੰ ਸੁੱਤਾ ਪਿਆ ਸੀ ਤੇ ਸੁਪਨਾ ਆਇਆ। ਸੁਪਨੇ ਵਿੱਚ ਬਹੁਤ ਭਿਆਨਕ ਬੱਬਰ ਸ਼ੇਰ ਉਹਦੇ ਤੇ ਹਮਲਾ ਕਰ ਦਿੰਦਾ ਹੈ ਤੇ ਉਸ ਨੂੰ ਖਾ ਜਾਂਦਾ। ਉਹ ਤਰਬਕ ਕੇ ਉੱਠ ਜਾਂਦਾ ਹੈ ਸੁੱਤਾ ਪਿਆ ਕਿ ਇਹ ਕੀ ਖੇਡ ਬਣੀ। ਉਹ ਬਹੁਤ ਡਰ ਗਿਆ, ਤੇ ਜਾ ਕੇ ਸਵੇਰੇ ਜਦੋਂ ਦਰਬਾਰ ਲੱਗਾ ਤੇ ਸਾਈਂ ਮੀਆਂ ਮੀਰ ਦੇ ਆਪਣੇ ਹੋਰ ਜਿਹੜੇ ਅਹਿਲਕਾਰ ਸੀ ਸਭ ਦੇ ਸਾਹਮਣੇ ਆਪਣਾ ਉਹਨੇ ਸੁਪਨਾ ਜਦੋਂ ਸਭ ਨੂੰ ਦੱਸਿਆ ਤੇ ਸਾਈਂ ਮੀਆਂ ਮੀਰ ਕਹਿਣ ਲੱਗੇ, ਇਹ ਤੇਰੇ ਨਾਲ ਹੋ ਹੀ ਜਾਣਾ ਜੇ ਤੂੰ ਸਤਿਗੁਰੂ ਨੂੰ ਕੈਦ ਚੋਂ ਰਿਹਾ ਨਹੀਂ ਕੀਤਾ। ਕਿਉਂਕਿ ਸਾਈਂ ਮੀਆਂ ਮੀਰ ਜੀ ਗੁਰੂ ਘਰ ਦੇ ਅਨੰਤ ਸੇਵਕ ਸਨ। ਤੋ ਕਹਿਣ ਲੱਗੇ, ਤੂੰ ਉਹਨਾਂ ਨੂੰ ਹੁਣੇ ਹੀ ਰਿਹਾ ਕਰ, ਪੀਰਾਂ ਫਕੀਰਾਂ ਨੂੰ ਕਦੇ ਕੈਦ ਵਿੱਚ ਨਹੀਂ ਰੱਖੀਦਾ, ਤੂੰ ਬਹੁਤ ਘੋਰ ਪਾਪ ਕਮਾ ਰਿਹਾ। ਉਹ ਡਰਦੇ ਮਾਰੇ ਉਹਨੇ ਫਿਰ ਸਤਿਗੁਰੂ ਨੂੰ ਰਿਹਾ ਕਰਨ ਦਾ ਆਦੇਸ਼ ਦਿੱਤਾ ਤੇ ਉੱਥੋਂ ਅਹਿਲਕਾਰ ਭੇਜ ਦਿੱਤੇ ਕਿ ਸਤਿਗੁਰੂ ਨੂੰ ਆਦਰ ਸਤਿਕਾਰ ਸਹਿਤ ਦਿੱਲੀ ਵਿਖੇ ਲਿਆਂਦਾ ਜਾਏ ਸ਼ਾਹੀ ਸਤਿਕਾਰ ਦੇ ਨਾਲ। ਤੇ ਰੱਥ ਭੇਜੇ, ਬੇਅੰਤ ਫੌਜਾਂ ਭੇਜੀਆਂ ਸਤਿਗੁਰੂ ਦੇ ਕਿਲੇ ਤੋਂ ਛੁਡਾ ਕੇ ਵਾਪਸ ਲਿਆਉਣ ਵਾਸਤੇ। ਪਰ ਸਤਿਗੁਰੂ ਜੀ ਨੇ ਨਾ ਕਰ ਦਿੱਤੀ ਕਿ ਅਸੀਂ ਉਦੋਂ ਹੀ ਜਾਵਾਂਗੇ ਜਦੋਂ ਆ ਜਿਹੜੇ ਤੁਸੀਂ ਰਾਜੇ ਕੈਦ ਕੀਤੇ ਨੇ ਇਹ ਵੀ ਸਾਡੇ ਨਾਲ ਜਾਣਗੇ। ਇਹਨਾਂ ਨੂੰ ਵੀ ਰਿਹਾ ਕਰੋ ਤਾਂ ਹੀ ਅਸੀਂ ਇਸ ਕਿਲੇ ਤੋਂ ਜਾਵਾਂਗੇ। ਤਾਂ ਉਹ ਜਿਹੜਾ ਸੰਦੇਸ਼ ਵਾਪਸ ਆਇਆ ਸੀ, ਵਾਪਸ ਦਿੱਲੀ ਜਾ ਕੇ ਜਹਾਂਗੀਰ ਨੂੰ ਉਹਨੇ ਇਹ ਸਤਿਗੁਰੂ ਦੇ ਮਨ ਦੀ ਗੱਲ ਦੱਸੀ। ਜਹਾਂਗੀਰ ਨੇ ਫੈਸਲਾ ਲਿਆ ਕਿ ਜੋ ਵੀ ਸਤਿਗੁਰੂ ਦਾ ਪੱਲਾ ਪਕੜ ਲਏਗਾ ਉਹ ਬਾਹਰ ਆ ਸਕਦਾ ਹੈ। ਫਿਰ ਸਤਿਗੁਰੂ ਨੇ ਜਦੋਂ ਗੱਲ ਸੁਣੀ ਤੇ ਇੱਕ ਸਪੈਸ਼ਲ ਚੋਲਾ ਸਮਾਇਆ ਗਿਆ। ਉਹਨਾਂ ਨੇ ਰਾਜੇ ਗਿਣੇ ਤੇ 52 ਕਲੀਆਂ ਵਾਲਾ ਚੋਲਾ ਉਹ ਸਮਾਇਆ ਗਿਆ ਸਪੈਸ਼ਲ ਕਰਕੇ ਤੇ ਸਤਿਗੁਰੂ ਦੀ ਇੱਕ ਕੜੀ ਫੜ ਕੇ 52 ਰਾਜੇ ਸਤਿਗੁਰੂ ਦੇ ਨਾਲ ਰਿਹਾ ਹੋਏ ਤੇ ਨੇਰੇ ਪੁਰੇ ਰਿਹਾਈ ਨਹੀਂ ਹੋਏ। ਉਹਨਾਂ ਨੇ ਜਹਾਂਗੀਰ ਨੂੰ ਕਹਿ ਕਰਕੇ ਉਹਨਾਂ ਦੀਆਂ ਰਿਆਸਤਾਂ ਵੀ ਵਾਪਸ ਕਰਾਈਆਂ ਤੇ ਮੁੜ ਉਹ ਰਾਜੇ ਆਪਣੇ ਸੁਖ ਵਿੱਚ ਵਸਣ ਲੱਗ ਗਏ। ਸੋ ਐਸੇ ਦੀਨ ਦਿਆਲ ਸਤਿਗੁਰੂ ਬੰਧਨਾਂ ਦੇ ਕੱਟਣ ਵਾਲੇ ਜਿਨ੍ਹਾਂ ਦਾ ਆਪਾਂ ਪ੍ਰਕਾਸ਼ ਪੁਰਬ ਮਨਾ ਰਹੇ ਸਾਂ। ਸੋ ਇੱਕ ਸ਼ਬਦ ਸਤਿਗੁਰੂ ਦੇ ਇਸ ਬੰਦੀ ਛੋੜ ਸਤਿਗੁਰੂ ਕਹਿੰਦੇ ਆਪਾਂ ਨਾ, ਤੋ ਬੰਧਨ ਕਾਟਨ ਹਾਰ ਗੁਰ ਮੇਰੋ। ਪਰ ਗੁਰੂ ਉਦੋਂ ਹੀ ਬੰਧਨ ਕਾਟਨ ਹਾਰ ਹੈ, ਉਹ ਨਾਨਕ ਏਕ ਹੈ ਭਰੋਸੋ। ਜਦੋਂ ਇੱਕ ਗੁਰੂ ਦਾ ਭਰੋਸਾ ਕਰਾਂਗੇ ਉਦੋਂ ਗੁਰੂ ਸਾਡੇ ਵੀ ਬੰਧਨ ਕੱਟੇਗਾ। ਆਪਾਂ ਰਲ ਮਿਲ ਕੇ ਸ਼ਬਦ ਗਾਇਨ ਕਰਦੇ ਹਾਂ। ਸਾਰੇ ਭਾਈ ਸਾਵਧਾਨ ਹੋ ਕੇ ਇੱਕ ਮਨ ਚਿਤ ਹੋ ਕੇ ਸ਼ਬਦ ਗਾਇਨ ਕਰੋ। ਬੰਧਨ ਕਾਟਨ ਹਾਰ ਗੁਰ ਮੇਰੋ, 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 ਗੁਰ
परम अंधेरो
क्यों सुत बनता संग माया, क्यों सुत बनता संग माया, देवनहार दातार बिसेरो, देवनहार दातार बिसेरो, कि देवनहार दातार बिसेरो, देवनहार दातार बिसेरो, गुर मेरो, गुर मेरो, गुर मेरो, गुर मेरो, गुर मेरो, गुर मेरो, बंधन काटनहार गुर मेरो, बंधन काटनहार गुर मेरो, 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 इतनी सेवा प्रवान करनी, कीर्तन करते हैं, विचार करते हैं, बिन खुदा हो गया। सतगुर बख्शन जोग ने आप साध संगत बख्शन जोग हो। सतगुरु कृपा कर धन गुरु हरगोबिंद पातशाह साडे सारिਆਂ ते साडे जन्म मरण के बंधन कट के ते सतगुरु कोई जेलों चों छुड़ाउण वास्ते मेरे इन्ने की बंधन नहीं कटते। ये जिहड़ा संसार है ना, आ शब्द कह रहे ना, अटके ओ सुत बनता संग माया, देवनहार दा तार बिसेरो। कि असीं अपुत्र इस्त्रियां अपनी इन्हां विच लग के अपने परिवार विच इन्ने ज़्यादा खचित हो जाने कि देवनहार तो वाहिगुरू नूं विसार दिंदे। जे बेनती करांगे सतगुरु जी, धन गुरु हरगोबिंद पातशाह जी महाराज, आप कोई सिर्फ गिड़ियां तो छुड़ाउण वाले नहीं हो, आप तां इस संसार भव सागर तो पार करन वाले हो। आपको सतनाम श्री वाहिगुरू। सो आप कृपा करो, साडे भी बंधन कटो, सानू भी आप जी दा पल्ला पकड़न दी जाच आ जाए। पर एक जदों अपनी बालड़ी का आप विआह करते हैं, बच्ची का विआह करते हैं,
ਤਾਂ ਲਾਵਾਂ ਤੋਂ ਪਹਿਲਾਂ ਇੱਕ ਸ਼ਬਦ ਆਪਾਂ ਪੜ੍ਹਦੇ ਹਾਂ, ਹਬੇ ਸਾਗ ਕੂੜਾਵੇ ਡਿਠੇ ਤੋਂ ਪੱਲੇ ਟੈਂਡੇ ਲਾਗੀ। ਵੀ ਅੱਜ ਤੋਂ ਜਿਹੜੇ ਮੇਰੇ ਪੁਰਾਣੇ ਸਾਗ ਨੇ ਉਹ ਸਾਰੇ ਮੈਂ ਅੱਜ ਤੋਂ ਕੂੜਾਵੇ ਡਿਠੇ, ਭਾਵ ਮੈਂ ਉਹਨਾਂ ਵੱਲ ਤੱਕਾਂਗੀ ਨਹੀਂ। ਪਰ ਐਸਾ ਹੁੰਦਾ ਨਹੀਂ ਹੈ। ਗੁਰੂ ਸਾਹਿਬ ਨੇ ਕਿਹਾ ਕਿ ਏਦਾਂ ਜੀਵਨ ਜੀਣਾ। ਅੱਜ ਤੋਂ ਜਿੱਦਣ ਤੂੰ ਆਪਣੇ ਲਾੜੇ ਦਾ ਪੱਲਾ ਪਕੜ ਲਿਆ ਉਦਣ ਤੂੰ ਪਿੱਛੇ ਮੁੜ ਕੇ ਨਹੀਂ ਦੇਖਣਾ। ਪਰ ਅੱਜ ਦਾ ਇੰਨਾ ਸਮਾਂ ਉਹ ਕੁੜੀਆਂ ਬਾਰ-ਬਾਰ ਮਾਤਾ ਆਪਣੀ ਕੁੜੀ ਨੂੰ ਤੇ ਕੁੜੀ ਮਾਤਾਵਾਂ ਨੂੰ ਫੋਨ ਕਰ ਕਰਕੇ ਇਹ ਆਪਣਾ ਘਰ ਜਿਹੜਾ ਨਾ ਉਹ ਵਸਣੇ ਨਹੀਂ ਦਿੰਦੀਆਂ। ਆਮ ਤੌਰ ਤੇ ਇਹ ਚੱਲਦਾ ਪਿਆ ਸੰਸਾਰ। ਸੋ ਕਿਉਂਕਿ ਗੁਰੂ ਦੇ ਬਚਨ ਤੋਂ ਮੁਨਕਰ ਹੋ ਗਏ, ਗੁਰੂ ਦਾ ਬਚਨ ਨਹੀਂ ਸੁਣਿਆ ਅਸੀਂ। ਇਸੇ ਤਰ੍ਹਾਂ ਜਿਹੜਾ ਸਿੱਖ ਗੁਰੂ ਦਾ ਪੱਲਾ ਛੱਡ ਦੇਗਾ, ਗੁਰੂ ਦਾ ਬਚਨ ਮੰਨਣਾ ਛੱਡ ਦੇਗਾ, ਜਿਹੜਾ ਇਹ ਸਿਰਫ ਗੁਰੂ ਦਾ ਹੋ ਕੇ ਜੀਏਗਾ। ਗੁਰੂ ਦਾ ਸਿਰਫ ਦਾ ਮਤਲਬ ਇਹ ਨਹੀਂ ਕਿ ਪਰਿਵਾਰ ਨੂੰ ਛੱਡ ਕੇ ਭੱਜ ਜਾਏ ਤੇ ਗੁਰੂ ਦਾ ਹੋ ਜਾਏ। ਏਦਾਂ ਦਾ ਨਹੀਂ ਸਾਨੂੰ ਸਿੱਖੀ ਜੀਵਨ ਦਿੱਤਾ ਮਹਾਰਾਜ। ਸਾਨੂੰ ਜੀਵਨ ਦਿੱਤਾ ਹੈ ਕਿ ਹੱਸਣਦਿਆਂ ਖੇਲਣਦਿਆਂ ਪਹਿਨਣਦਿਆਂ ਵਿੱਚੇ ਹੋਵੇ। ਸਾਰਾ ਕੁਝ ਕਰਦੇ ਹੀ ਅਸੀਂ ਸੰਸਾਰ ਵਿੱਚ ਰਹਿ ਕੇ ਸਾਰਾ ਆਪਣੇ ਫਰਜ਼ ਨਿਭਾਉਂਦੇ ਹੋਏ, ਪਰ ਸਭ ਤੋਂ ਮੁੱਢਲਾ ਤੇ ਵੱਡਾ ਫਰਜ਼ ਸਾਡਾ ਆਪਣੀ ਜੀਵਾਤਮਾ ਦੇ ਪ੍ਰਤੀ ਹੈ। ਇਹ ਧਿਆਨ ਦੇਣ ਰੱਖਣ ਵਾਲੀ ਗੱਲ ਹੈ। ਸਤਿਸੰਗ ਆਪਣੀ ਜੀਵਾਤਮਾ ਦਾ ਸਭ ਤੋਂ ਵੱਡਾ ਸਾਡਾ ਫਰਜ਼ ਹੈ, ਕਿਉਂਕਿ ਇਹ ਦੁਬਾਰਾ ਸਰੀਰ ਨਹੀਂ ਮਿਲਣਾ ਕਿਸੇ ਨੂੰ। ਸੋ ਆਪਣੀ ਜੀਵਾਤਮਾ ਨੂੰ ਸਵਾਰਨਾ ਹੈ। ਉਹ ਗੁਰੂ ਦਾ ਪੱਲਾ ਪਕੜ ਕੇ ਜਿਵੇਂ ਗੁਰੂ ਕਵੇ, ਜੋ ਜੋ ਲਾੜਾ ਕਵੇ, ਜੋ ਜੋ ਪਤੀ ਪਰਮੇਸ਼ਰ ਵਾਹਿਗੁਰੂ ਕਵੇ, ਉਸ ਦੇ ਹੁਕਮ 'ਚ ਚੱਲਣਾ। ਜੋ ਨਹੀਂ ਚੱਲਦਾ ਫਿਰ ਉਹ ਇਸ ਸੰਸਾਰ 'ਚ ਵੀ ਖੁਆਰ ਹੀ ਹੁੰਦਾ ਹੈ। ਭਾਵੇਂ ਕੋਈ ਧੀ ਭੈਣ ਹੋਵੇ, ਭਾਵੇਂ ਗੁਰੂ ਦਾ ਸਿੱਖ ਹੋਵੇ, ਜਿਹੜਾ ਗੁਰੂ ਦਾ ਪੱਲਾ ਛੱਡ ਕੇ ਆਪਣੇ ਮਨਮਤੀਆਂ ਕਰਦਾ, ਉਹ ਫਿਰ ਸਦਾ ਹੀ ਉਸ ਦਾ ਜੀਵਨ ਖੁਆਰੀ ਨਿਕਲਦਾ ਹੈ ਤੇ ਰੁੜ ਜਾਂਦਾ। ਆਪ ਵੀ ਰੁੜਦਾ ਹੈ ਤੇ ਦੂਜਿਆਂ ਨੂੰ ਵੀ ਇਸੇ ਤਰ੍ਹਾਂ ਰੁੜਦਾ ਹੈ। ਸੋ ਆਪਾਂ ਸਾਰਿਆਂ ਤੇ ਸਤਿਗੁਰੂ ਕਿਰਪਾ ਕਰਨ, ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ, ਕਿਉਂਕਿ ਗੁਰੂ ਸਾਹਿਬ ਨੇ ਤਾਂ ਚੋਲਾ ਸਵਾਰਿਆ, ਹੁਣ ਪੱਲਾ ਅਸੀਂ ਫੜਨਾ ਹੈ। ਉਹਨਾਂ ਨੇ ਤਾਂ ਚੋਲਾ ਸਵਾਰਿਆ ਸਾਡੇ ਵਾਸਤੇ, ਗੁਰੂ ਗ੍ਰੰਥ ਸਾਹਿਬ ਬਣ ਕੇ ਬੈਠੇ ਨੇ। ਹੁਣ ਅਸੀਂ ਚੋਲਾ ਫੜਨਾ ਕਿ ਨਹੀਂ ਫੜਨਾ ਉਹ ਸਾਡੀ ਮਰਜ਼ੀ ਹੈ ਸਾਧ। ਕਿਉਂਕਿ ਵਿਵੇਕ ਬੁੱਧ ਸਾਨੂੰ ਦਿੱਤੀ ਹੈ ਸੋਚਣ ਸਮਝਣ ਦੀ ਸ਼ਕਤੀ। ਹੁਣ ਉਹ ਸ਼ਕਤੀ ਅਸੀਂ ਨੈਗੇਟਿਵਲੀ ਯੂਜ਼ ਕਰਨੀ ਹੈ ਕਿ ਪੋਜ਼ਿਟਿਵਲੀ, ਉਹ ਸਾਡਾ ਆਪਣਾ ਨਿਰਣਾ ਹੈ। ਤਾਂ ਹੀ ਆਪਾਂ ਅਰਦਾਸ ਮੰਗਦੇ ਹਾਂ ਕਿ ਸਤਿਗੁਰੂ ਜੀ ਸਾਨੂੰ ਗੁਰਸਿੱਖਾਂ ਨੂੰ ਸਿੱਖੀ ਦਾਨ, ਕੇਸ ਦਾਨ, ਰਹਿਤ ਦਾਨ, ਵਿਵੇਕ ਦਾਨ, ਭਰੋਸਾ ਦਾਨ, ਵਿਸ਼ਾ ਦਾਨ ਮੰਗਦੇ ਹਾਂ। ਤੇ ਸਭ ਤੋਂ ਵੱਡਾ ਦਾਨ ਦਾਨਾ ਸਿਰਦਾਨ ਨਾਮ ਦਾਨ ਮੰਗਦੇ ਹਾਂ। ਆ ਪੂਰੀ ਲਿਸਟ ਹੈ ਜਿਹੜਾ ਦਾਨ ਮੰਗਦੇ ਹਾਂ ਅਸੀਂ ਸਤਿਗੁਰੂ ਕੋਲ। ਸੋ ਇਹਦੇ ਵਿੱਚ ਸਾਰੇ ਦਾਨ ਆ ਜਾਂਦੇ ਸਾਧ ਸੰਗਤ। ਸੋ ਇਹ ਦਾਨ ਮੰਗਦੇ ਹੋਏ ਜੇ ਅਸੀਂ ਸਤਿਗੁਰੂ ਦੇ ਚਰਨਾਂ 'ਚ ਨਹੀਂ ਲੱਗੇ, ਉਹਦਾ ਦਾਨ ਦੇ ਹੀ ਦਿੰਦੇ ਨੇ ਸਤਿਗੁਰੂ ਸਾਨੂੰ। ਉਹ ਦਿੱਤਾ ਹੀ ਹੋਇਆ ਹੈ। ਜਿਹੜੇ ਆਪਾਂ ਗੁਰੂ ਘਰ ਪਹੁੰਚ ਗਏ, ਇਸ ਤੋਂ ਵੱਡਾ ਕਿਹੜਾ ਦਾਨ ਹੋ ਸਕਦਾ? ਬਹੁਤ ਦੁਨੀਆ ਘਰਾਂ 'ਚ ਬੈਠੀ ਹੈ ਸਾਧ ਸੰਗਤ ਜੀ, ਜੋ ਗੁਰੂ ਵੱਲ ਧਿਆਨ ਵੀ ਨਹੀਂ ਕਰਦੇ ਲੋਕ। ਉਹ ਆਪਣੀ ਜ਼ਿੰਦਗੀ ਵਿੱਚ ਮਸਤ ਨੇ, ਉਹਨਾਂ ਨੂੰ ਕੋਈ ਮਤਲਬ ਨਹੀਂ ਹੈ ਪਾਠ ਗੁਰਬਾਣੀ ਨਾਲ। ਚਲੋ ਜੋ ਵਾਹਿਗੁਰੂ ਦੇ ਭਾਣੇ 'ਚ ਨੇ ਉਹ ਵੀ ਆਪਣਾ ਜੀਵਨ ਜੀ ਰਹੇ ਨੇ, ਪਰ ਗੁਰੂ ਤੋਂ ਮੁਨਕਰ ਹੋ ਕੇ ਜੀਵਨ ਸਾਧ ਸੰਗਤ ਜੀ ਹੈ ਨਰਕ ਵਰਗਾ। ਕਿਉਂਕਿ ਸਤਿਗੁਰੂ ਕਹਿੰਦੇ ਜੋ ਸਿਮਰਨ ਦੇ ਸਾਈ ਹੈ ਨਰਕ ਨਾ ਸੇਈ ਪਾਈ ਹੈ। ਜੋ ਵਾਹਿਗੁਰੂ ਦਾ ਉਹਦਾ ਸਿਮਰਨ ਸਾਧ ਸੰਗਤ ਬੈਠ ਕੇ ਉਸ ਨੂੰ ਯਾਦ ਕਰਦੇ ਨੇ। ਸਿਮਰਨ ਦਾ ਭਾਵ ਹੈ ਯਾਦ ਕਰਨਾ। ਸੋ ਆਪਣੇ ਸਤਿਗੁਰੂ ਦੀ ਯਾਦ ਵਿੱਚ ਆਪਾਂ ਬੈਠੇ ਹਾਂ। ਅਰਦਾਸ ਕਰੀਏ ਸਤਿਗੁਰੂ ਸਾਨੂੰ ਵੀ ਜਨਮ ਮਰਨ ਦੇ ਬੰਧਨਾਂ ਤੋਂ ਛੁਟਕਾਰਾ ਕਰਾਓ। ਸੋ ਇਤਨੀ ਸੇਵਾ ਪ੍ਰਵਾਨ ਸਾਰੇ ਰਲ ਮਿਲ ਕੇ ਅਨੰਦ ਸਾਹਿਬ ਦਾ ਪਾਠ ਕਰਦੇ ਹਾਂ। ਉਸ ਤੋਂ ਉਪਰੰਤ ਅਰਦਾਸ ਹੁਕਮਨਾਮਾ
फिर सतगुरु जी की सवारी निज स्थान ते जाएगी। फिर बाहर ही कड़ा प्रसाद की देग वरताई जाएगी लंगर हॉल थी, ਅਤੇ ਉੱਥੇ ਹੀ ਆਪਾਂ ਬੈਠ ਕਰਕੇ ਸਤ ਕਰਕੇ ਪ੍ਰੇਮ ਸਤਿਕਾਰ ਦੇ ਨਾਲ ਗੁਰੂ का लंगर छकना है। सारे आनंद शब्द पाठ करिए भाई। सिखो शब्द प्यारियो जन्म मरण कीते, मुख जल सदा सुखी नानक। सिमरते ग्राम कली महला तीजा नित ओंकार सतगुर प्रसाद। नंद प्या मेरे माए सतगुरु मैं पाए, सतगुर का पाया सैन सिद्धि मन दिया वदानिया। राग नंबर पार करिया शब्द गावनिया, शब्दों का गाओ हरि केरा मन तिनि बसाया। कह नानक नाम हुआ सतगुरु मैं पाया। ये मन मेरे आत्म सदा मन आए अकारो मन मेरे अंगीकारो कार्य तेरा कार्य सब सुवारना। नागला सुमरत स्वामी सारे, नानक मन मेरे सदा रहो हरनारे। साथे साहिबा क्या नहीं करते रहे, करना तेरे सब चैन से सुभाव। सदा सिख सदा तेरी नाम मन बसावे। नाम जिनके मन बसा बने शब्द करे, नानक सच्चे साहिब क्या नहीं करते। साचा नाम मेरा आधार, साचा नाम आधार मेरा जन्म सब गवाइया। साम सुमन से इच्छा सब पुजारिया। सदा कुर्बान किया गुरु दिया वडियारिया। नानक सुनो सबको सब करो गया। साचा नाम मेरा आधार बाजे पंच शब्द घर सुभागे, घर सुभागे शब्द बाजे बात करवाया। मन दुख बस कीते काल कंटक माया। माया मृत्युं से नाम भटके लागे। नानक तस को करे भगवाने, मन सुनो भटकागियो संग मनोरथ पूरे। मातम प्रकार संग सुने, दुख रोग संताप करे सुने सची वाणी। संसार में सबसे पूरे होते गानी, होते प्रीत कहते गोविंद सतगुरे अपने। चरण लागे बाजे गुरु गुरु पाणी पिता माता तक महान। कोई गाई गाया विजय सब गुलाब। दुनिया दुनिया बाजे कर्म दूर, को अपनी बेड़े के गुरु। तेरी नाम आया सतरकाल, नानक ते मुख ले के छुट्टी नाल। तेरी नाम आया सतरकाल, नानक ते मुख ले के छुट्टी नाल। खेती छुट्टी तेरी नाम ते आया, गए मुशक्कत नानक ते मुख उजले। बेटी छुटी तेरी नाम ते आया, गए मुशक्कत नानक ते मुख उजले। बेटी छुटी वाहिगुरु जी का खालसा वाहिगुरु जी की फतेह। ओंकार गुरु रविदास जीओ सब तेरी दास। तुम मात पिता भारत तेरे, तुम्हारी कृपा में सुख दे। कोई न जाने तुम्हारा नानक दास
होई सिमर कै गुर नानक लई ध्याए। फिर अंगद गुरते अमरदास रामदास से होई सहाय। अर्जन हर गोबिंद लो सिमरो श्री हर राय। श्री हरिकृष्ण की आई है जिस जिथे सब दुख जाए कि दस मरिया घर नौ नित आवे ताए। सब थाई होए सहाय। दसवें पातशाह श्री गुरु गोबिंद सिंह जी महाराज अमृत के दाते सब थाई होए जी सहाय। दसा पातशाहियों की जोत हाजर नाजर श्री गुरु ग्रंथ साहब जी के पाठ दर्शन दीदार का ध्यान तक के खालसा जी साहिब बोलो। प्यारे चार साहिबजादे 40 उनते हथियां जपियां टपियां जिन्ना नाम जपिया वंड छकिया देख चलाई तेग गवाही तेग दे अंडर सीता तिन्ना प्यारियां सचियारियां की कमाई का ध्यान करके खालसा जी साहिब बोलो। जिन्ना सिंघां सिंघणियां ने धर्म हेठ सीस दिते बंद बंद कटाए खोपरियां नहाइयां चरखड़ियां ते चढ़े। आरिया नाल चराए गए बंदियां देखां विच बैठे गुरुद्वारे की सेवा की कुर्बानियां कीतियां धर्म निहारिया सिੱਖੀ सिदक के स्वासा संग निभाई तिन्हां दी कमाई का ध्यान करके खालसा जी साहिब बोलो। पंजा तख्तां सरबत गुरुद्वारे का ध्यान करके खालसा जी साहिब बोलो। प्रथमे सरबत खालसा जी की अरदास है। सरबत खालसा जी को वाहेगुरु 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 चित आवे। चित आवन का सदका सर्व सुख होवे। जहाँ जहाँ खालसा जी साहेब तहाँ तहाँ रचा आए। देख देख फतेह गंज की गाय रहे पंथ की जी श्री साहिब जी साहेब खालसा जी के बोल बाले बोलो जी वाहेगुरु। सिखां नूं सिੱਖੀ दान केस दान रहत दान विवेक दान विसाहो दान भरोसा दान दाना सरदान नाम दान श्री अमृतसर जी के पवित्र दर्शन स्नान चौंकियां झंडे बुंगे जुगो जुग अटल धर्म का जयकार बोलो जी वाहेगुरु। सिखां दा मन नीवा मत उची मत पत का राखा आप कालपुरख वाहिगुरु। हे निमाइयां के मान सतगुरु मिटाइयां के तान सतगुरु मोतियां की ओट। धन धन गुरु नानक साहिब जी महाराज धन धन गुरु हरगोबिंद साहिब जी महाराज धन धन गुरु तेग बहादुर जी महाराज धन धन गुरु गोबिंद सिंह जी महाराज धन धन श्री गुरु ग्रंथ साहिब जी महाराज हाजर नाजर सच्चे पातशाह धन धन गुरु हरगोबिंद साहिब जी महाराज आपने बड़ी पाठ कृपा की है पातशाह। पंज प्याले पंज पीर छठम पीर बैठा गुर भारी अर्जन काया पलट के मूरत पर गोबिंद सवारी। सा तख्त पई हरियाली जिथे मेरा सतगुर बैठा आए। धन धन गुरु हरगोबिंद साहिब जी महाराज सच्चे पातशाह। आप जी का प्रकाश पुरब सकल समझने पातशाह गुरुद्वारा मिठा खूब च मनाउणा कीता है। पातशाह सकल संगतां दी हाज़रियां तिरफुल भेटां अपने दर ते प्रवान कर लईआं। करो करो नाम दान सिद्धि दान सिद्धक दान भरोसा दान बख्शना चढ़दियां कलां में रखना मेहर करना कृपा करना। जो मांगे ठाकुर अपने ते सोई सोई देवे नानक दास ते जो बोले बिहां वहाँ सच होए पातशाह। पालन प्रणासी दयालन स्वरूप सदा अंत्य संध्य भंगम युगते पातशाह। अंग संग रहो मेहर करना कृपा करना पातशाह। साढ़े कल चुकी जीवा की पातशाह वहाँ पकड़ के रखियो मेहर करना कृपा करना। धन धन श्री गुरु ग्रंथ साहिब जी महाराज सतगुरु श्री गुरु ग्रंथ साहिब जी महाराज सच्चे पातशाह। आप जी ने बड़ी पार कृपा की है पातशाह। मध्य वेले तो लेके हुण तक संतां नूं खुले दर्शन बख्श के निहाल किया है पातशाह। आप जी के हजूर शाम वेले सुंदर रह रासा पाठ की अरदास तुरंत आरती आरता शबद कीर्तन 6 पौड़ी आनंद साहिब जी के पाठ की अरदास है। पाठ करते हुए कीर्तन करते हुए कथा विचार करते हुए बेअंत प्रकार दी भुलां चुकां बेअदबियां हो जाएंगियां। अनजान बच्चे समझ के माफ करना शुद्ध बाणी पढ़न का बल बख्शना माफी बख्शनी। बड़ी सोहनी बाणी का महात्म संतां के हृदय में वसाउणा। दरो करो नाम दान सिੱਖੀ दान सिद्ध दान भरोसा दान बख्शना चढ़दियां कलां में रखना मेहर करना कृपा करना पातशाह। इस वेले आप जी के हजूर बख्शियां दातां विचों कड़ाह प्रसादी देख सज के हाजिर है। आप जी को भोग लगे शीत
प्रसाद संगत की बरताउंदी आज्ञा दियो पातशाह इस वेले आपने अपने पवित्र हुक्मनामे बख्शे संतान ਨੂੰ ਨਿਹਾਲ ਕਰੋ हुक्म के चलन की समर्था सोची बख्शो सही सज्जन लोगों प्यारो मिलो जिन्ना मिलिया तेरा नाम चित आवे नानक नाम चढ़ती कला तेरे भाने सर्वदा भला वाहिगुरु जी का खालसा वाहिगुरु जी की फतेह दोहरा आज्ञा पई अकाल की तवे चलायो पंथ सब सिखन को हुक्म है गुरु मानियो ग्रंथ गुरु ग्रंथ की मानियो प्रगट राखिए जो प्रभु को मिल बोझ है बोझ शब्द मैले राज करेगा खालसा की रहे ना कोई पार होए सब नयने बचे शरण जो होए वाहिगुरु नाम जहाज है चढ़े सूत्रे पार जो श्रद्धा कर सेव दे गुर पार उतारन हार जो श्रद्धा कर सेव दे गुर पार उतारन हार बोले सो निहाल वाहिगुरु जी का खालसा वाहिगुरु जी की फतेह सतनाम श्री वाहिगुरु साहिब जीओ वाहिगुरु साहिब जीओ ज्ञान ध्यान किस कर्म न जाना सार न जाना तेरी सबे बड़ा सतगुरु नानक जिन गल राखी तेरी शरण तुम्हारी आसा तुम्ही सजन सुहेरे राखो राखन आज्ञा नाम करके बोले सतगुरु से रहन सुसहज सुभावे दर्शन बरसे गुरु के जन्म मरण दुख जाए सिफत प्रसादी मुरिया सो पुरसो चढ़िए तुझे सचे पातशाह मल जन्म जन्म दी कटी है सजन सचा पातशाह इस पास बैठिया सोई है सबना लावे साहो जिस पास बैठिया सोई है सबना लावे साहो सतनाम श्री वाहिगुरु साहिब जीओ सोरठ महला पंजवा कोट ब्रह्मंड को ठाकुर स्वामी सर्व जिया का दातारे प्रतिपालै नित सार संभालै एक गुण नहीं मूरख जाता रे कोट ब्रह्मंड को ठाकुर स्वामी सर्व जिया का दाता रे प्रतिपालै नित सार संभालै एक गुण नहीं मूरख जाता रे हर आराधना जाना रे हर हर गुर गुर करता रे हर जियो नाम पर्यो रामदास रहाओ दीन दयाल कृपाल सुख सागर सर्ब कटा पर पूरी रे देखत सुनत सदा है संगे मैं मूरख जान दूरी रे
हर बेअंत हो मिट कर वरनो, क्या जाना होए कैसो रे। करो बेनती सतगुर अपने, मैं मूरख देहो उपदेसो रे। मैं मूरख की केतक बात है, कोट पराधी तरया रे। गुरु नानक जिन सुनया पेखिया, से फिर गर्भास न परया रे। मैं मूरख की केतक बात है, कोट पराधी तरया रे। गुरु नानक जिन सुनया पेखिया, से फिर गर्भास न परया रे। वाहिगुरू जी का खालसा, वाहिगुरू जी की फतेह। जब तक सेवा हो रही है, एक दो बेनतियां साझियां कर दी। सताई तरीक अज कल 28 तरीक सरदार अवतार सिंह जी गोदला रहते हैं। उन्होंने परिवार वालों हुक्म है, कल एक समागम सवेरे कराया जा रहा है 11 तो 1 बजे तक, 1 बजे फिर गुरु का लंगर बताया जाएगा। तो उन्होंने वालों समूह संगत को बेनती है कि जो भी माई भाई इस समागम में पहुँच सकन तो जरूर पहुँचो। वो अपनी माता की याद में कल का समागम करा रहे हैं, हर साल ही कराते हैं। तो कल सोमवार 28 तरीक को सवेरे 11 बजे तो 1 बजे तक का समागम है, 2 घंटे का। तो आप संगतां नूं बेनती है, जेड़े भी माई भाई पहुँचन गुरु शब्द के अभिलाषी होण, गुरु शब्द नाल प्यार करने वाले हों, वो जरूर पहुँच के, और जिसे कोई समा होवे वो जरूर पहुँच के गुरु पातशाह दी खुशियां प्राप्त करो और परिवार की बेनती को प्रवान करो। अगले एतवार यानी कि 4 जुलाई को 4 जुलाई अगला एतवार है। तो सवेरे 7:30 तो 10 बजे तक भाई साहब भाई जसपाल सिंह जी अखंड कीर्तनी जथा जो अपने जथे समेत आप संगतां नूं हरि कीर्तन सुनाने वास्ते पहुँच रहे हैं। तो आप सब को बेनती है कि अगले एतवार सवेरे भी समागम प्रोग्राम है, तो शाम का भी इस तरह सतगुरु जी कृपा करन फिर इस तरह होगा। तो सवेरे भी पहुँचने की आप जी ने कृपालता कीर्तन करनी है। तो शाम को भी अगले एतवार यानी 4 जुलाई को 7:30 बजे तो 10 बजे तक आस्था की बात के गुरु शब्द का कीर्तन होएगा। भाई साहब भाई जसपाल सिंह जी अखंड कीर्तनी जथे वाले उन्होंने द्वारा किया जाएगा। तो शाम का दीवान इस तरह बच्चे भैन बीबियां सारी संगत रल मिल के जिस तरह आप करते आ रहे हैं ये इस तरह चलेगा। इसकी समाप्ति पूरे 9:30 बजे अगले एतवार शाम को होएगी। तो दोनों प्रोग्रामों में हाजिरियां भर के सतगुरु दीयां खुशियां प्राप्त करनियां। सब संगत जी आप जी दूरों नेड़े चल के पहुँचे सब दी हाजिरियां सतगुरु प्रवान कर। जेड़े संगत फेसबुक राही इस प्रोग्राम को देख रही है सतगुरु कृपा कर उन्होंने हाजिरियां सतगुरु जी दर से प्रवान कर। जिस तरह आप जी को सतगुरु खुशियां बख्श रहे हैं उन्होंने भी जोड़े घर बैठ के फेसबुक राही देख रहे हैं जोड़े नहीं पहुँच सकते। सो आने वाला जोड़ा समा है साथ संगत जी थोड़ा सावधानी वाला है आप सारे ने ही, क्योंकि हमने बहुत ही बुरा दौर गुजर के हटिया है और थोड़ा जहा रिलैक्स होए आप थोड़ी जी शांति मिली है कि आप फिर एकत्र होकर गुरु दी खुशियां लै रहे हैं।
ਪਰ ਆਪਾਂ ਸਦਾ ਹੀ ਜਦੋਂ ਤੱਕ ਜੀਵਨ ਬਖਸ਼ਣ ਸਤਿਗੁਰੂ ਆਪਾਂ ਖੁਸ਼ੀਆਂ ਲੈਣੀਆਂ। ਇਸ ਕਰਕੇ ਇਹ ਵੀ ਬੇਨਤੀ ਹੈ ਕਿ ਸਾਵਧਾਨ ਹੋ ਕੇ ਜੀਣਾ ਹੈ। ਆਪਣੇ ਮੂੰਹ ਤੇ ਜਿਹੜਾ ਉਹ ਬਾਹਰ ਜਦੋਂ ਆਪਾਂ ਵਿਚਰਦੇ ਹਾਂ ਜਾਂ ਕਿਸੇ ਦੇ ਨਾਲ ਨੇੜੇ ਜਾ ਕੇ ਗੱਲ ਵੀ ਕਰਦੇ ਹਾਂ ਤੇ ਆਪੋ ਆਪਣਾ ਮਾਸਕ ਲਗਾ ਕੇ ਰੱਖੋ ਅਤੇ ਉਚਿਤ ਦੂਰੀ ਜਿਹੜੀ ਸਮਾਜਿਕ ਦੂਰੀ ਹੈ, ਸੋਸ਼ਲ ਡਿਸਟੈਂਸਿੰਗ ਜਿਹਨੂੰ ਕਹਿੰਦੇ ਆ, ਉਹ ਥੋੜੀ ਜਿਹੀ ਬਣਾ ਕੇ ਰੱਖੋ। ਇਸ ਵਕਤ ਕਿਸੇ ਦਾ ਕੋਈ ਬੁਰਾ ਨਹੀਂ ਮੰਨੇਗਾ ਕਿ ਆਪਾਂ ਉਹਦੇ ਦੂਰ ਹੋਵਾਂਗੇ ਤੇ ਅਗਲਾ ਬੁਰਾ ਮੰਨੇਗਾ, ਐਸਾ ਨਹੀਂ ਹੈ। ਇਹ ਸਭ ਦੇ ਹੀ ਭਲੇ ਦੀ ਗੱਲ ਹੈ। ਸੋ ਇਸ ਕਰਕੇ ਸਭ ਨੇ ਹੀ ਇਸ ਦੀ ਪਾਲਣਾ ਕਰਨੀ ਹੈ। ਸੋ ਆਓ ਸਤਿਗੁਰੂ ਜੀ ਆਪਣੇ ਨਿਜ ਸਥਾਨ ਵੱਲ ਚਾਲੇ ਪਾਉਣਗੇ। ਉਹਨਾਂ ਤੋਂ ਉਪਰੰਤ ਅਰਦਾਸ ਉਪਰੰਤ ਬਾਹਰ ਲੰਗਰ ਹਾਲ ਵਿੱਚ ਬੈਠ ਕੇ ਸਾਰੀ ਸੰਗਤ ਬਹੁਤ ਹੀ ਪਿਆਰ ਦੇ ਨਾਲ ਗੁਰੂ ਦਾ ਲੰਗਰ ਆਪ ਜੀ ਨੇ ਤਿਆਰ ਕੀਤਾ, ਉਹ ਛਕ ਕੇ ਫਿਰ ਜਾਣ ਦੀ ਇੱਜ਼ਤ ਕਰਨੀ ਹੈ ਜੀ। ਬੜਾ ਪ੍ਰਸ਼ਾਦ ਵੀ ਬਾਹਰ ਹੀ ਲੰਗਰ ਹਾਲ ਤੋਂ ਵਰਤਾਇਆ ਜਾਏਗਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।